निकाम कोट शुक्र धन धन साहिब श्री गुरु ग्रंथ साहिब जी का जिन्होंने तरस किया अज के दिन कीर्तन द्वारा सेवा ली है वो सारिया ही संगतां धन धन साहिब श्री गुरु गोबिंद सिंह जी सरबंस दानी पिता जी कलगीधर पिता जी उन्होंने गुरगति दिवस के संबंध में लख लख बधाई सतगुरु जी सारे चढ़दियां कला बख्शिश कर गुरसिੱਖੀ वाला जीवन अगला प्रोग्राम बहुत ही सत्कारयोग भाई साहब भाई इंद्रजीत सिंह जी उन्होंने पासों सरवण करो उन्होंने की खेमा आसीस बख्शिश करो करो कृपा बुलाओ जी फतेह वाहिगुरू जी का खालसा वाहिगुरू जी फतेह सतगुरां दी इलाही बाणी रब्बी बाणी दा कीर्तन सरवण करवारे सम्मानयोग ਬੀਬੀ ਗੁਰਜੀਤ ਕੌਰ ਖਾਲਸਾ ਤਿਨਾਂ ਦਾ ਰਾਗੀ ਯਥਾ ਧੰਨਵਾਦ ਰਾਗੀਅਤੇ ਦਾ ਆਓ ਮਾਨਯੋਗ ਭਾਈ ਸਾਹਿਬ ਭਾਈ ਮਹਿਰ ਸਿੰਘ ਜੀ ਪਟਿਆਲੇ ਵਾਲੇ ਤਿਨਾਂ ਪਾਸੋਂ ਚੱਲ ਰਹੀ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਅਤੇ ਨਾਲ ਦੀ ਨਾਲ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਜ ਗੁਰਤਾ ਗਰੀ ਦਿਵਸ ਗੁਰਪੁਰਬ ਹੈ ਉਸ ਸੰਬੰਧ ਦੇ ਵਿੱਚ ਗੁਰ ਇਤਿਹਾਸ ਵੀ 15 ਮਿੰਟ ਲਈ ਸਰਵਣ ਕਰਵਾਉਣਗੇ ਉਸ ਤੋਂ ਬਾਅਦ ਆਨੰਦ ਸਾਹਿਬ अरदास हुक्मनामे की समाप्ति वाहिगुरू जी का खालसा वाहिगुरू जी की फतेह। जिस मिलिया मन हुए आनंद सो सतगुर कहिया मन की दुविधा बिन सुजाए हर परम पद लिया अंदर सच्चा ने लाया ने अपने तन मन हुए निहाल जहाँ गुरु दिखा सामने तन वाहिगुरू साहिब जी सन्मानयोग गुरु प्यारी साध संगत जीओ मन वृत्तियां कागर करिए सतगुरु जी दे पावन शब्द नाल सुरत नूं जोड़ करके सतगुरु जी की वडियाई नूं धारण करिए कथा कीर्तन सुखदाई दी दात प्राप्त कर रही गुरु रूप सद संगत जीओ बुलाइए फतेह वाहिगुरू जी का खालसा वाहिगुरू जी की फतेह। सतगुरां दी अपार कृपा हुई है जिस कृपा का सदका आपां नूं सुभाग प्राप्त होया है सतगुरां दे प्यार विच दरबार विच जुड़न दा समा मिलिया है इस जिंदगी नूं सोहणिया करन दा सोहणे रब नाल जुड़ करके आप जियां ने हुणे ही पंथ दा महान कीर्तनी जथा बीबी बलजीत कौर जी खालसा जी पासों बड़े ही वैरागमई बोलों दे विच बख्शिश कीर्तन दी करवाई जा रही सी। मन
ਤੇ ਤਨ ਜਿਹੜਾ ਆ ਉਹ ਸ਼ਾਂਤ ਹੋ ਰਿਹਾ ਸੀ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ ਨਜ਼ਰ ਆਉਂਦਾ ਸੀ। ਕੀਰਤਨ ਦੇ ਬੋਲਾਂ ਰਾਹੀਂ ਸੁਰਤ ਜੁੜਦੀ ਸੀ, ਸੁਰਤ ਸ਼ਬਦ ਨੂੰ ਪਕੜਦੀ ਸੀ, ਸੁਰਤ ਵਿੱਚ ਗਿਆਨ ਵੱਧਦਾ ਸੀ, ਭਾਵਨਾ ਬਣਦੀ ਸੀ। ਅੱਜ ਮੁਬਾਰਕ ਦਿਹਾੜਾ ਹੈ ਮੇਰੇ ਪਾਤਸ਼ਾਹ ਸਾਹਿਬ ਜੀ ਦਾ, ਬਾਜਾਂ ਵਾਲੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦਾ ਗੁਰਤਾਗਰ ਦੀ ਦਿਵਸ ਹੈ। ਸਮੂਹ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਐਸੇ ਗੁਰੂ ਦੀ ਸਾਨੂੰ ਸਦਾ ਲੋੜ ਹੈ, ਅੱਜ ਵੀ ਸਾਡੇ ਨਾਲ ਹੈ। ਉਹਨਾਂ ਦਾ ਸੰਗ੍ਰਹਿ ਹੈ ਗੁਰਮਤਿ ਗਿਆਨ ਉਪਦੇਸ਼, ਉਹਨਾਂ ਦੀਆਂ ਮਹਾਨ ਕੁਰਬਾਨੀਆਂ ਜ਼ਿੰਦਗੀ ਸਾਨੂੰ ਦੇਣ ਵਾਸਤੇ ਇਸ ਪੋਹ ਦੇ ਮਹੀਨੇ ਵਿੱਚ ਸ਼ੁਰੂ ਹੁੰਦੀ ਹੈ। ਜਿਨ੍ਹਾਂ ਨੇ ਆਪਣੇ ਸਰਬੰਸ ਪਰਿਵਾਰ ਨੂੰ 7 ਕੁ ਦਿਨਾਂ ਦੇ ਵਿੱਚ ਦੀ ਇਸ ਲਕਾਈ ਨੂੰ ਨਵੀਂ ਸੇਧ, ਨਵੀਂ ਦਿੱਖ ਦੇਣ ਵਾਸਤੇ ਕੁਰਬਾਨ ਕਰ ਦਿੱਤਾ ਹੈ। ਅੱਜ ਉਸ ਬਾਜਾਂ ਵਾਲੇ ਪਾਤਸ਼ਾਹ ਜੀ ਦਾ ਸ਼ੁਭ ਦਿਹਾੜਾ ਮੁਬਾਰਕ ਹੋਵੇ। ਸਿੱਖ ਸੰਗਤਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਿਚਾਰਾਂਗੇ। ਗੁਰੂ ਪਾਤਸ਼ਾਹ ਕਿਰਪਾ ਕਰੇ। ਮਹਾਨ ਗੁਰੂਆਂ ਦੀਆਂ ਮਹਾਨ ਪਰਉਪਕਾਰ ਦੇ ਵਾਸਤੇ ਜੋ ਕੁਰਬਾਨੀਆਂ ਹੋਈਆਂ, ਅਵਤਾਰ ਹੋਏ ਨੇ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਸਾਨੂੰ ਗੁਰਬਾਣੀ ਇਸ ਜਗ ਮੈਂ ਚਾਨਣ ਦੀ ਦਾਤ ਦੇ ਰਾਹੀਂ ਪ੍ਰਾਪਤ ਹੁੰਦੇ ਨੇ। ਸਮਝ ਵਿੱਚ ਟਿਕ ਸਕਦੇ ਹੈ ਜੇ ਕਿ ਸੁਰਤੀ ਦੇ ਅੰਦਰ ਇਸ ਗਿਆਨ ਦਾ ਪ੍ਰਵੇਸ਼ ਹੋਵੇ। ਪ੍ਰਵੇਸ਼ ਤਾਂ ਹੋ ਸਕਦਾ ਹੈ ਕਿ ਜੇ ਸੁਰਤੀ ਨੂੰ ਅਸੀਂ ਟਿਕਾਓ ਵਿੱਚ ਰੱਖੀਏ। ਕਥਾ ਕੀਰਤਨ ਦੁਆਰਾ ਇਸ ਸੁਰਤੀ ਨੂੰ ਅਸੀਂ ਸੋਹਣਾ ਬਣਾਉਣ ਵਾਸਤੇ ਇਸ ਜੀਵਨ ਵਿੱਚੋਂ ਇਹ ਸੁਰਤ ਭਗੌੜੀ ਹੋ ਚੁੱਕੀ ਹੈ। ਬਹੁਤਾ ਲੰਬਾ ਸਮਾਂ ਪ੍ਰਭੂ ਭਗਤੀ ਤੋਂ, ਸੱਚ ਤੋਂ ਟੁੱਟ ਕੇ ਇਸ ਨੇ ਦੂਰੀ ਬਣਾਈ ਹੈ। ਇਸ ਕਰਕੇ ਇਹ ਸੁਰਤੀ ਜਿਹੜੀ ਹੈ ਇਸ ਜੀਵ ਦੇ ਨਾਲੋਂ, ਇਸ ਜੀਵ ਰਾਜ ਦੇ ਨਾਲੋਂ ਬਗਾਵਤ ਕਰ ਚੁੱਕੀ ਹੈ ਕਿ ਸੁਰਤ ਸ਼ਬਦ ਦੇ ਨਾਲ ਕੁਛ ਕੁ ਸਮਾਂ ਅਜੇ ਟਿਕਣ ਦਾ ਯਤਨ ਕਰਦੀ ਹੈ ਤੇ ਉਦੋਂ ਬਾਅਦ ਕੋਈ ਹੋਰ ਹੀ ਖਿਆਲ ਆ ਜਾਂਦੇ ਨੇ। ਬਹੁਤ ਜਨਮ ਵਿਛਰੇ ਥੇ ਬਾਅਦੋਂ ਇਹ ਵਿਛੜਨ ਦਾ ਕਾਰਨ ਹੈ ਕਾਲਪੁਰਖ। ਕਿਰਪਾ ਕਰਕੇ ਸਾਡੇ ਉੱਤੇ ਰਹਿਮਤ ਕਰਕੇ ਜਨਮ ਜਿਹੜਾ ਆ ਤੇਰੀ ਪਾਈ ਹੋਈ ਜ਼ਿੰਦਗੀ ਸਵਾਰਨ ਵਾਲੀ ਬਾਤ ਨੂੰ ਪਕੜ ਲਵੇ। ਇਹ ਜੀ ਪਕੜ ਵਿੱਚ, ਸਮਝ ਵਿੱਚ ਤੇਰਾ ਦਿੱਤਾ ਗਿਆਨ ਆ ਜਾਵੇ ਤੇ ਸਾਡੇ ਜੀਵਨ ਵਿੱਚ ਸਿਮਰਨ ਜਿਹੜਾ ਹੈ ਉਹ ਟਿਕ ਜਾਵੇ। ਸੁਰਤੀ ਨੇ ਕੀਤੀ ਹੋਈ ਇਸ ਜੀਵ ਦੇ ਅੰਦਰ ਬਗਾਵਤ ਜਿਹੜੀ ਆ ਉਹ ਸ਼ਬਦ ਤੋਂ ਦੂਰੀ ਬਣਾ ਰਹੀ ਹੈ। ਦੂਰੀ ਬਣਨ ਦਾ ਕਾਰਨ ਕਰਕੇ ਸੰਸਾਰ ਸਭ ਪਦਾਰਥ ਇਸ ਦੇ ਕੋਲ ਹੋਣ ਦੇ ਕਾਰਨ ਕਰਕੇ ਵੀ ਉਕਸਾਇਆ ਹੈ, ਪਰੇਸ਼ਾਨ ਹੈ, ਦੁਖੀ ਹੈ। ਰੱਬ ਦੀ ਰਹਿਮਤ, ਪ੍ਰਭੂ ਦਾ ਪਿਆਰ ਜੇ ਇਸ ਜੀਵਨ ਨੂੰ ਮੰਗਣਾ ਆ ਜਾਵੇ, ਸੁਣਨਾ ਆ ਜਾਵੇ, ਭਾਵਨਾ ਬਣ ਜਾਵੇ ਕਿ ਮੈਂ ਅੱਜ ਰੱਬ ਦੀ ਇਬਾਦਤ, ਰੱਬ ਦੀ ਦਰਗਾਹ, ਰੱਬ ਦੇ ਦਰ ਤੇ ਚੱਲੇ ਹਾਂ। ਕੁਛ ਮੈਂ ਉੱਥੇ ਤਿਆਗ ਕੇ ਆਉਣਾ, ਉਹ ਕੀ ਤਿਆਗਣਾ ਹੈ ਜਿਹਦਾ ਕਰਕੇ ਸ਼ਬਦ ਦੀ ਸਮਝ ਟਿਕਦੀ ਨਹੀਂ, ਸੁਰਤੀ ਵਿੱਚ ਟਿਕਾਓ ਨਹੀਂ। ਸੁਰਤੀ ਨੇ ਮੇਰੇ ਜੀਵਨ ਵਿੱਚ ਬਗਾਵਤ ਕੀਤੀ ਹੈ। ਪਾਤਸ਼ਾਹ ਆਖਦੇ ਨੇ ਸੁਰਤੀ ਨੂੰ ਪਕੜ, ਸੁਰਤ ਦਾ ਕਰਕੇ ਤੂੰ ਕਿਸੇ ਮਕਾਮ ਨੂੰ ਹਾਸਲ ਕਰ ਸਕਦਾ ਹੈ। ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਕਾਸ਼ੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਵਿਰਹੀ ਕੌਣ ਦਾਸੀ। ਪਤਾ ਲੱਗੇਗਾ ਰੱਬ ਕਿਸ ਤਲ ਤੇ ਹੈ ਤੇ ਸੰਸਾਰ ਜਗਤ ਜਿਹੜਾ ਹੈ ਕਿਸ ਤਲ ਤੇ ਹੈ, ਤੇ ਤੂੰ ਆਪਣੇ ਆਪ ਦੀ ਪਹਿਚਾਣ ਕਰੇਗਾ। ਪਾਤਸ਼ਾਹ ਜੀ ਨੇ ਬਚਨ ਕੀਤੇ, ਸੁਨੋ ਰੇ ਤੂੰ ਕੌਣ, ਕਹਾਂ ਤੇ ਆਇਓ, ਕੀਤੀ ਨਾ ਜਾਣੋ ਕੀਤੀ ਇੱਕ ਮੁੱਦਤ ਚਲਤੇ ਖਬਰ ਨਾ ਪਾਇਓ। ਲੰਬਾ ਸਮਾਂ ਹੋਇਆ ਚੱਲ ਰਿਹਾ ਹੈ, ਚੱਲ ਤੂੰ ਰੱਬ ਦੇ ਨਾਲੋਂ ਟੁੱਟ ਕੇ ਰਿਹਾ ਹੈ, ਟੁੱਟਾ ਹੋਇਆ ਹੈ। ਜੀਵਨ ਅੰਦਰ ਬਗਾਵਤ ਹੈ, ਜੀਵਨ ਖੜਾਓ ਵਿੱਚ ਨਹੀਂ ਹੈ। ਜਦੋਂ ਜੀਵਨ ਅੰਦਰ ਟਿਕਾਓ ਆ ਗਿਆ, ਉਹ ਰੱਬ ਦੇ ਪਿਆਰ ਵਾਲੀ ਭਾਵਨਾ ਤੇਰੇ ਚਿਹਰੇ ਤੋਂ ਦੱਸੇਗੀ
नानक भगतां सदा विगास, सुने दुख पाप का नाश। कहो कबीर गूंगे गुड़ खाया, पूछे ते क्या कही। अजे बाहरी रसां कसां वाले बने संसारी धंधियां विच, परिवारक धंधियां विच ये सुरती लगी हुई है। इस सुरती दे राही कदे तू अपने वल, अपने वास्ते, अपने फायदे वास्ते इस सुरती नूं नहीं वरतिया। माइक पदार्थां दी दौड़ पकड़ कर चल रही लड़ीवार कथा दे विचों सानू सुनेहा बेपरवाह परमात्मा जिहड़ा है वो दे रहा है। ओक सुहंदा सर्व सुख जिस बख्शे बेपरवाह। कुछ आपां विचार कीती है पोह दे महीने दी। पोह दा महीना कक्कर ते कहर दा है। इस कहर के महीने गुरु परिवार, गुरु प्यारियां दे उत्ते कहर वरतिया सी। इत्थे एक लास्ट वाला इन्हां पंक्तियां विच प्यार वाला बचन आउंदा है कि जिस बख्शे बेपरवाह मनुख जकड़िया है जीव बेपरवाह नहीं है। जदों बेपरवाह हुंदा है तो इहदा आउण वाला भविख जिहड़ा है वो धुंधला हो जाता है। क्यों? इहदे जीवन विच बंदगी नहीं, इहदे जीवन विच केवल संसारी खेड है। संसारी धंधियां नूं टुटदा ते होर रब दे नाम दा खजाना नहीं। रब बेपरवाह है। जे बेपरवाह वर्गा सुभाव ही मनुख तू बनाउणा है तो उस बेपरवाह परवरदिगार वाहिगुरू दे नाल जुड़ना कर, जिथों कि तैनूं ज्ञात मिले, जीवन मिले, तेरे जीवन विच एक खुशहाली आवे ते तैनूं समझ पवे मैं कित्थे है ते रब कित्थे है। सुनो रे तू कौन, कहाँ ते आए, कित्थों आया है, पहला कित्थे सा, हुण कित्थे है। इति ना जानो कीती को मुद्दत चलते खबर ना पायो। अपने अहुदे, अपनी होई प्रमोशन, दुनिया का कमाया होया धन हर थान ते दसना चाहुंदा है मेरी इतनी एजुकेशन है, मैं जिंदगी च इन्ना उच्चियां अहुदियां ते रह के बड़ा आनंद माणिया, बड़ी हुकूमत कीती है। परिवार विच, परिवार तो बाद संसार विच लोग सलामा करते सी। इस सोहने जीवन नूं मुबारकबाद दुनिया तौर ते बनाया है कि रब दे तर दे उत्ते दूरी बन गई है बाहरली। हौमे दीर्घ रोग है, इसका नाम है दीर्घ। जो मनुख बाहरी तौर ते अपनी वडियाई चाहुंदा है, वडियाई कराउंदा है, वो दीर्घ रोग का धारनी सी। जे इस नूं लंबेरा विचारिया जावे, सानू जन्म देण वाले साडी जननी माँ बाप के अंदर भी खेड यही सी। वो भी संसार दे विच यही कुछ करते रहे तो उन्हां दे घर विच साडा जीवां दा जन्म होया। असीं भी ओह चक्की दा हत्था फड़ के घुमाउण लग पए। मालिक परवरदिगार दी वडियाई नूं करन वास्ते आपां सतगुरु दे चरनां नाल ध्यान धरीए कि वाहिगुरू जिथे मैनू इतनी लालसा है कि मेरी संसार विच जयकार होवे, मेरे उत्ते रहमत कर, मेरे जिंदगी दे राह नूं बदल, मेरे जिंदगी दे राह नूं बदल कि मैं तेरी वडियाई करा, तेरी वडियाई सुना। मेरी भावना ही बना, मैनू अंदर आ चार जिहड़ा आ वो पैदा कर दे। पर गुरमुख प्यारे जनों एक खेड बड़ी आलूणी जी खेड है, बड़ी होर तरह खेड है कि मैं अपनी वडियाई विच डुब्बा होया बाहर आके किवें कहदा कि संसार दे लोको मैं नाही किश हो, नाही किश आहे ना मोरा, अवसर लज्जा रख लियो सदना जंतुरा। भावना मेरी किवें बन सकती है, इत्थे आके बन सकती है, जुड़ के बन सकती है, समझ के बन सकती है।
ਫਿਰ ਪਾਤਸ਼ਾਹ ਜੀ ਦੇ ਪਿਆਰ ਵਾਲੇ ਬਚਨ ਜਿਹੜੇ ਸਾਨੂੰ ਸਤਿਗੁਰੂ ਜੀ ਚੱਲ ਰਹੀ ਲੜੀਵਾਰ ਦੇ ਵਿੱਚ ਸਰਵਣ ਕਰਾਉਂਦੇ ਨੇ, ਜੇ ਮਨੁੱਖ ਤੇਰੀ ਇਹ ਭਾਵਨਾ ਬਣ ਜਾਏ ਕਿ ਤੂੰ ਲੋਚੇ ਹੀ ਪ੍ਰਭੂ ਦੀ ਵਡਿਆਈ ਨੂੰ, ਸਰਵਣਾ ਰਾਹੀਂ ਸੁਣੇ ਤੇ ਰਸਨਾ ਰਾਹੀਂ ਆਪ ਜਪੈ ਹੈ, ਅਵਰਾ ਨਾਮ ਜਪਾਵੈ ਹੈ, ਸੁਣਤ ਕਹਿਤ ਰਹਿਤ ਗਤ ਪਾਵੈ, ਸਾਰ ਕੂਟ ਸਤ ਹਰਿ ਕੋ ਨਾਉ, ਸਹਿ ਸੁਭਾਈ ਨਾਨਕ ਗੁਣ ਗਾਓ। ਆਤਮ ਕਡੋਲਤਾ ਵਾਲੇ ਬਸਨ ਆਪਣੀ ਜ਼ਿੰਦਗੀ ਵਿੱਚ ਜੇ ਕਮਾਉਣੇ ਸ਼ੁਰੂ ਕਰ ਦੇਵੇਂ, ਤੇਰੇ ਅੰਦਰ ਇਹ ਤੀਬਰ ਭਾਵਨਾ ਬਣ ਜਾਵੇ, ਸਰਵਣ ਕਰੇ, ਸਰਵਣ ਕਰਾਵੇ ਕੀ ਰੱਬ ਦੀ ਵਡਿਆਈ, ਪਰਮੇਸ਼ਰ ਦੀ ਦਾਤ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਪਿਆਰੇ ਮੁਖਾਰ ਬਿੰਦ ਤੋਂ ਪਿਆਰੇ ਬੋਲ ਗੁਰਬਾਣੀ ਇਸ ਜਗ ਮੈਂ ਚਾਨਣ ਦੀ ਦਾਤ ਬਖਸ਼ਿਸ਼ ਕਰਦੇ ਹੈ। ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ। ਪ੍ਰਭੂ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਆਪਣੇ ਭਗਤਾਂ ਦੀ ਇੱਜ਼ਤ ਫਿਰ ਆਪ ਰੱਖਦਾ ਹੈ। ਜਦੋਂ ਇਹ ਭਗਤੀ ਭਾਵ ਵਾਲਾ ਮਨੁੱਖ ਦਾ ਮਨ ਬਣ ਜਾਂਦਾ ਹੈ, ਭਾਵਨਾ ਬਣ ਜਾਂਦੀ ਹੈ, ਇੱਛਾ ਬਣ ਜਾਂਦੀ ਹੈ, ਉਹਦੇ ਬਾਹਰੀ ਤੌਰ ਤੇ ਸਾਰੇ ਹੀ ਫਿਕਰ ਮੁੱਕ ਜਾਂਦੇ। ਇਹ ਫਿਕਰਮੰਦ ਮਨੁੱਖ ਆਪਣੇ ਆਪ ਤੋਂ ਹੋਇਆ ਹੈ। ਜੋ ਜਗਤ ਦੇ ਸੰਸਾਰ ਦੇ ਨੇ ਝਮੇਲਿਆਂ ਵਿੱਚ ਆਪਣੀ ਜ਼ਿੰਦਗੀ ਨੂੰ ਰੋੜ ਦਿੱਤਾ ਹੈ, ਤੋੜ ਦਿੱਤਾ ਹੈ, ਉਹ ਬਾਹਲੇ ਪਾਏ ਹੋਏ ਜੰਜਾਲ ਆਪਣੀਆਂ ਲੱਤਾਂ ਨੂੰ, ਆਪਣੇ ਜੀਵਨ ਨੂੰ, ਆਪਣੀ ਸੁਰਤ ਨੂੰ ਇਸ ਮਨੁੱਖ ਦੇ ਆਪਦੇ ਹੀ ਪਾਏ ਹੋਇਆ। ਉਸ ਪ੍ਰਭੂ ਭਗਤੀ ਤੋਂ ਦੂਰੀ ਕੇਵਲ ਮਨੁੱਖ ਨੇ ਬਣਾਈ ਹੈ। ਰੱਬ ਨੂੰ ਛੱਡ ਕੇ ਰੱਬ ਦੇ ਪਰਛਾਵੇਂ ਦੀ ਭਾਲ ਕਰਦਾ ਫਿਰਦਾ ਹੈ, ਪਰਛਾਵੇਂ ਦੀ ਪੂਜਾ ਕਰਦਾ ਫਿਰਦਾ ਹੈ। ਏਕ ਛੋੜ ਦੂਜੇ ਲੱਗੇ, ਡੂਬੇ ਸੇਵ ਨਜ਼ਾਰਿਆ। ਐਸਾ ਵਣਜ ਕਰਨ ਵਾਲਿਆ, ਤੂੰ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਨੂੰ ਛੱਡ ਕੇ ਜਿਹੜੇ ਤੂੰ ਹੋਰ ਸੰਸਾਰ ਦੇ ਅੰਦਰ ਵਣਜ ਕਰਦਾ ਹੈ, ਉਹ ਤੈਨੂੰ ਡੋਬ ਦੇਣਗੇ। ਉਹਨਾਂ ਦਾ ਕਾਰਨ ਤੇਰੀ ਜ਼ਿੰਦਗੀ ਦੇ ਵਿੱਚ ਇਹ ਬਣੇਗਾ ਕਿ ਤੂੰ ਸਹੇੜਿਆ ਹੋਇਆ ਇਹ ਕਲੇਸ਼ ਦਾ ਮੁੱਦਾ ਜਿਹੜਾ ਤੈਨੂੰ ਲੈ ਕੇ ਡੁੱਬ ਜਾਵੇ। ਜੋ ਜੋ ਚਿਤਵੈ ਸਾਧ ਜਨ ਸੋ ਲੇਤਾ ਮਾਨ। ਰੱਬ ਦੀ ਬੰਦਗੀ ਕਰਨ ਵਾਲੇ ਜਿਨ੍ਹਾਂ ਨੇ ਜੀਵਨ ਦੇ ਵਿੱਚ ਸਾਧਨਾ ਬਣਾ ਲਈ ਹੈ, ਸੋਚ ਬਣਾ ਲਈ ਹੈ ਕਿ हे ਪ੍ਰਮਾਤਮਾ ਮੈਂ ਤੇਰੀ ਬੰਦਗੀ ਤੋਂ ਬਿਨਾਂ ਨਹੀਂ ਕੁਛ ਕਰ ਸਕਦਾ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ, ਤਾਹਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਤੀ ਲਾਹੇ। ਤੂੰ ਆਪੇ ਕਰੇ ਉਹ ਮੈਨੂੰ ਦਾਤ ਬਖਸ਼, ਜਿਹਦੇ ਨਾਲ ਮੇਰਾ ਤੇਰੇ ਨਾਲ ਮਿਲਾਪ ਹੋਵੇ। ਜਿਹੜੇ ਮੈਂ ਸੰਸਾਰ ਦੇ ਭੁਗਤ ਭੋਗ ਭੋਗਿਆ ਹਾਂ, ਜਿਹੜੀ ਮੇਰੇ ਜੀਵਨ ਦੇ ਅੰਦਰ ਖੇਡ ਹੈ, ਇਹ ਮੇਰੀ ਸਮਝ ਵਿੱਚ ਆਏ ਤੇ ਮੈਨੂੰ ਤੂੰ ਆਪਣੀ ਸੇਵਾ ਵਿੱਚ ਲਾਵੇਂ। ਅਜੇ ਮੇਰੀ ਖੇਡ ਹੈ ਕਿ ਮੈਂ ਮਿੱਠੇ ਨੂੰ ਕੌੜਾ ਕਹਿੰਦਾ ਹੈ ਤੇ ਕੌੜੇ ਨੂੰ ਮਿੱਠਾ ਕਹਿੰਦਾ ਹੈ। ਅਜੇ ਮੈਂ ਰੱਬ ਨਾਲ ਜੁੜਿਆ ਹੋਇਆ ਦੀ ਨੰਦਿਆ ਵਿੱਚ ਗਰਸਿਆ ਹੋਇਆ ਹੈ ਤੇ ਮੈਂ ਟੁੱਟਿਆਂ ਦਾ ਸੰਗ ਕਰਦਾ। ਮੀਠੇ ਕੋ ਕੌੜਾ ਕਹੈ, ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰੈ, ਐਸਾ ਕਲ ਮੈਂ ਡਿਠਾ। ਇਹ ਅਸੀਂ ਵੇਖ ਸਕਦੇ ਹਾਂ ਆਪਣੇ ਜੀਵਨ ਤੋਂ, ਦੂਸਰੇ ਨੂੰ ਨਹੀਂ, ਕਿ ਦੂਸਰੇ ਵਾਲੇ ਬੰਨੇ ਧਿਆਨ ਲੈ ਕੇ ਜਾਈਏ ਕਿ ਮੈਂ ਬਹੁਤ ਚੰਗਾ ਹੈ ਤੇ ਆ ਜਿਹੜਾ ਮੇਰੇ ਨੇੜੇ ਹੈ, ਮੇਰਾ ਗੁਆਂਢੀ ਹੈ, ਉਹ ਬੜਾ ਮਾੜਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿ ਬੰਦੇ ਤੂੰ ਆਪਣੇ ਆਪ ਵੱਲ ਧਿਆਨ ਮਾਰ ਕੇ ਤੂੰ ਹੈ ਕੌਣ ਹੈ। ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸ਼ਾਮ ਤੋਂ ਲੈ ਕੇ ਪੂਰੀ ਰਾਤ ਜੀ ਜਾਗਿਆ ਹੈ ਤੇ ਕੀ ਕਰਮ ਕੀਤਾ ਹੈ, ਆਪਣੀ ਵਡਿਆਈ ਵਿੱਚ ਡੁੱਬਾ ਹੀ ਰਿਹਾ ਹੈ ਕਿ ਪ੍ਰਭੂ ਭਗਤੀ ਦੀ ਗੱਲ ਕੀਤੀ ਹੈ ਕਿ ਸੰਸਾਰ ਦੇ ਝਮੇਲਿਆਂ ਵਿੱਚ ਪੈ ਕੇ ਕਿਸੇ ਨੂੰ ਚੰਗਾ, ਕਿਸੇ ਨੂੰ ਮਿੱਠਾ, ਕਿਸੇ ਨੂੰ ਕੌੜਾ, ਕਿਸੇ ਨੂੰ ਸਰਾਪਿਆ, ਕਿਸੇ ਨੂੰ ਰੱਬ ਨਾਲੋਂ ਟੁੱਟਾ ਤੇ ਕਿਸੇ ਨੂੰ ਬ੍ਰਹਮ ਗਿਆਨੀ ਦਾ ਖਿਤਾਬ ਦਿੰਦਾ ਹੈ।
ਸੋਚ ਤੂੰ ਆਪਣੇ ਵਾਸਤੇ ਕੁਝ ਕੀਤਾ ਹੈ? ਮਨ ਮੇਰਿਆ ਮਨਾ ਤੂੰ ਪ੍ਰਮਾਤਮਾ ਦਾ ਸਰੂਪ ਹੈ। ਕਹੋ ਕਬੀਰ ਹੈ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੇ ਨਾ ਅੰਸ਼। ਲਿਖਿਆ ਹੋਇਆ ਕਾਗਜ਼ ਦਾ ਸਰੂਪ ਹੋ ਜਾਂਦਾ ਹੈ। ਕਬੀਰ ਜੀ ਆਖਦੇ ਨੇ, ਇਹ ਜੀਵ ਇਹ ਆਤਮਾ ਇਹ ਸੁਰਤ ਤੂੰ ਖੁਦ ਆਪ ਪਰਮਾਤਮਾ ਦਾ ਰੂਪ ਹੈ। ਥੋੜਾ ਜਿਹਾ ਭੁੱਲ ਗਿਆ ਹੈ, ਕੁਸਾ ਗਿਆ ਹੈ, ਇਸ ਕਰਕੇ ਤੈਨੂੰ ਪਤਾ ਨਹੀਂ ਖੁਦ ਤੂੰ ਪਰਮਾਤਮਾ ਦਾ ਸਰੂਪ ਹੈ। ਤੂੰ ਸਮਝ ਵਿੱਚ ਪਾ, ਜਿਵੇਂ ਇਹ ਵੱਖਰਾ ਨਹੀਂ ਹੋ ਸਕਦਾ, ਕਾਗਜ਼ ਦੇ ਉੱਤੇ ਲਿਖਿਆ ਹੋਇਆ ਕੋਈ ਅੱਖਰ ਵੱਖਰਾ ਨਹੀਂ ਹੋ ਸਕਦਾ, ਉਹ ਸਾਥ ਨਹੀਂ ਛੱਡਦਾ ਅੱਖਰ ਦਾ, ਇਸੇ ਤਰ੍ਹਾਂ ਪ੍ਰਮਾਤਮਾ ਤੇਰਾ ਸਾਥ ਨਹੀਂ ਛੱਡਦਾ। ਤੇ ਤੂੰ ਵੀ ਪ੍ਰਮਾਤਮਾ ਨੂੰ ਆਪਣੀ ਸਮਝ ਦੀ ਪਕੜ ਦੇ ਨਾਲ ਸਮਝ ਲਾ। ਤੂੰ ਵੀ ਪ੍ਰਮਾਤਮਾ ਦਾ ਸਾਥ ਨਹੀਂ ਛੱਡ ਸਕਦਾ, ਸਮਝ ਲਾ, ਸੁਖੀ ਹੋ ਜਾਏਗਾ। ਜਿਹੜੀਆਂ ਝਵੇਲਿਆਂ ਵਿੱਚ ਪਿਆ ਆ ਉਹਦੇ ਵਿੱਚੋਂ ਬਾਹਰ ਆ ਜਾਏਗਾ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਪਾਵੇ। ਪਾਤਸ਼ਾਹ ਜੀ ਦੇ ਪਿਆਰੇ ਬੋਲ ਨੇ, ਉਹ ਆਪਣੇ ਸੇਵਕਾਂ ਦੀ ਆਪ ਰੱਖਦਾ ਹੈ। ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪਹਿਰਲਾਦ ਧਰਾਇਆ। ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਭਗਤੀ ਦੇ ਮਾਰਗ ਤੇ ਚੱਲ, ਤੇਰੇ ਜੀਵਨ ਨੂੰ ਸੋਹਣਾ ਸੁਖੀ ਬਣਾ ਕਰਕੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਆਪਣੇ ਨਾਲ ਮਿਲਾ ਲਵੇਗਾ। ਸਫਲ ਸੇਵਾ ਪਾਰ ਬ੍ਰਹਮ ਕੀ, ਤਾਂ ਕੀ ਨਹੀਂ ਹਾਨ। ਜਿਵੇਂ ਪਹਿਰਲਾਦ ਦੀ ਰੱਖਿਆ ਕੀਤੀ ਹੈ ਨਾ, ਉਹਦੀ ਹਾਨੀ ਨਹੀਂ ਹੋਣ ਦਿੱਤੀ। ਜੈ ਜੈਕਾਰ ਜਗਤ ਦੇ ਅੰਦਰ ਹੋਈ ਹੈ। ਹਰ ਯੁੱਗ ਦੇ ਵਿੱਚ, ਹਰ ਸਮੇਂ ਦੇ ਵਿੱਚ ਉਹਨੇ ਆਪਣੇ ਭਗਤ ਪੈਦਾ ਕੀਤੇ ਆ ਤੇ ਉਹਨਾਂ ਦੀ ਲਾਜ ਵਾਹਿਗੁਰੂ ਜੀ ਨੇ ਆਪ ਰੱਖੀ ਆ, ਆਪਣਾ ਸਰੂਪ ਦਿੱਤਾ ਹੈ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਾ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਉਹਨਾਂ ਵਿੱਚ ਫਰਕ ਨਾ ਜਾਣੋ ਕਿ ਉਹ ਰੱਬ ਦੇ ਸਰੂਪ ਤੋਂ ਵੱਖਰੇ ਨੇ। ਉਹ ਸਾਈਂ ਵਰਗਾ, ਪਰਮਾਤਮਾ ਵਰਗਾ ਉਹਨਾਂ ਦਾ ਸੁਭਾਅ ਹੈ। ਅਸੀਂ ਅੱਜ ਵੇਖ ਸਕਦੇ ਹਾਂ। ਪਰ ਸਤਿਗੁਰੂ ਜੀ ਨੇ ਇੱਕ ਥਾਂ ਤੇ ਬਾਣੀ ਵਿੱਚ ਸਾਨੂੰ ਬੜਾ ਸੁੰਦਰ ਸਮਝਾਉਣ ਦਾ ਤਰੀਕਾ ਕੀ ਦੱਸਿਆ ਹੈ। ਜਿਹੜਾ ਬਹੁਤਾ ਕਹਲਤਾ ਦਾ ਕਹਿਰ ਗੁਜ਼ਰਿਆ ਹੋਇਆ ਹੈ, ਹਰ ਮਨੁੱਖ ਹੀ ਆਪਣੇ ਆਪ ਨੂੰ ਬੜਾ ਉੱਚ ਪਦਵੀ ਦੱਸਦਾ ਹੈ ਕਿ ਆ ਵੀ ਬ੍ਰਹਮ ਆ, ਆ ਵੀ ਬ੍ਰਹਮ ਆ, ਆ ਵੀ ਹੈ, ਮੈਂ ਬ੍ਰਹਮ ਗਿਆਨੀ ਆ। ਜਿਹੜਾ ਇਹ ਦੇਵਲ ਲੱਗਾ ਹੈ, ਸਤਿਗੁਰੂ ਜੀ ਥੋੜਾ ਜਿਹਾ ਰੋਕਦੇ ਅਸਲ। ਇਸ ਜਗਤ ਦੇ ਵਿੱਚ ਉਹ ਰੱਬ ਦੇ ਪਿਆਰ ਵਾਲੇ, ਰੱਬ ਦਾ ਸੁਨੇਹਾ ਦੇਣ ਵਾਲੇ ਹੈਗੇ ਨੇ, ਪਰ ਘੱਟ ਨੇ। ਹੈਲ ਵਿਰਲੇ ਨਾਹੀ ਘਨੇ, ਫੈਲ ਫਕੜ ਸੰਸਾਰ। ਥੋੜਿਆਂ ਦਾ ਕਾਰਨ ਹੋਣ ਦੇ ਕਾਰਨ ਕਰਕੇ ਬਹੁਤ ਜ਼ਿਆਦਿਆਂ ਨੇ ਕਿਉਂ ਸਿਰ ਚੁੱਕਿਆ ਹੈ। ਕਿਉਂ ਐਸੇ ਲੋਕ ਨੇ ਕਿ ਜਿਹੜੇ ਰੱਬ ਦੇ ਨਾਮ ਤੋਂ ਆਮ ਭੋਲੇ ਭਾਲੇ ਲੋਕਾਂ ਨੂੰ ਭੁਲੇਖਾ ਦੇ ਕੇ ਆਪਣੀਆਂ ਦੁਕਾਨਾਂ ਬੜੀਆਂ ਗਰਮ ਚਲਾ ਰਹੇ ਨੇ। ਇਸ ਬੰਨੇ ਨੂੰ ਥੋੜਾ ਜਿਹਾ ਬੋਲ ਲੈਣਾ ਚੰਗਾ ਹੈ ਕਿ ਅਸੀਂ ਉਹਨਾਂ ਤੋਂ ਬਚਣਾ ਵੀ ਹੈ। ਕਿਤੇ ਇਹ ਨਾ ਹੋਵੇ ਕਿ ਅਸੀਂ ਰੱਬ ਨਾਲੋਂ ਟੁੱਟ ਜਾਈਏ। ਸਾਨੂੰ ਸਾਵਧਾਨ ਰਹਿਣਾ ਜ਼ਰੂਰੀ ਹੈ। ਰੱਬ ਦੇ ਪਿਆਰ ਵਾਲੇ ਗੁਰਸਿੱਖ, ਕਿਰਤ ਕਰਨ ਵਾਲੇ, ਨਾਮ ਜਪਣ ਵਾਲੇ ਹੈਗੇ ਨੇ, ਜਿਨ੍ਹਾਂ ਦੀ ਸਤਿਗੁਰੂ ਆਬਰੂ ਇੱਜ਼ਤ ਧੁਰ ਤੱਕ ਰੱਖਦਾ ਹੈ। ਤੇ ਐਸੇ ਜਿਹੜੇ ਰੱਬ ਦੇ ਨਾਮ ਤੇ ਧੱਪਾ ਬਣ ਕੇ ਆਪਣੇ ਆਪ ਨੂੰ ਕੁਛ ਖਵਾਉਂਦੇ ਨੇ ਸੰਸਾਰ ਵਿੱਚ, ਉਹ ਆਪਾਂ ਵੇਖਦੇ ਹਾਂ। ਉਹਨਾਂ ਦੀ ਉਦਲੀ ਹੋਈ ਜਗਤ ਜ਼ਾਹਰ ਸੰਸਾਰ ਦੇ ਅੰਦਰ ਜ਼ਿੰਦਗੀ ਬਹੁਤਿਆਂ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ। ਜਿਹੜੇ ਲੋਕ ਰੱਬ ਦਾ ਨਾਮ ਤਾਂ ਜਪਦੇ ਨਹੀਂ, ਪਰ ਰੱਬ ਵਰਗੇ ਹੋਣ ਦਾ ਦਾਅਵਾ ਕਰਦੇ ਨੇ। ਸਫਲ ਸੇਵਾ ਪਾਰ ਬ੍ਰਹਮ ਕੀ, ਤਾਂ ਕੀ ਨਹੀਂ ਹਾਨ। ਸੱਚੇ ਰੱਬ ਦੀ, ਸੱਚੇ ਮਨੋਂ ਬੰਦਗੀ ਕਰਨ ਵਾਲੇ ਮਨੁੱਖ ਦੀ ਪਰਮਾਤਮਾ ਕਦੇ ਹਾਨੀ ਨਹੀਂ ਹੋਣ ਦਿੰਦਾ, ਕੰਡ ਨਹੀਂ ਲੱਗਣ ਦਿੰਦਾ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ ਵਾਲੀ ਭਾਵਨਾ ਜੇ ਜੀਵਨ ਦੀ ਬਣ ਜਾਵੇ ਤੇ ਰੱਬ ਉਹਨਾਂ ਨੂੰ ਸਦਾ ਹੀ
ਇਹ ਦਾਨ ਬਖਸ਼ਦਾ ਏ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਉਹਨਾਂ ਦੇ ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ ਕਰਕੇ ਉਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਦਾ ਖੇੜਾ ਪ੍ਰਭੂ ਬਣਾ ਦਿੰਦਾ ਹੈ। ਇੱਥੋਂ ਤੱਕ ਵਿਚਾਰ ਆਪਾਂ ਕੀਤੀ ਹੈ। ਵਿਚਾਰ ਇੱਥੇ ਵਿਸ਼ਰਾਮ ਕਰਦੇ ਹਾਂ, ਸੰਪੰਨ ਕਰਦੇ ਹਾਂ। ਵਿਚਾਰ ਕਰਦੇ ਹਾਂ ਗੁਰੂ ਪਿਆਰੀ ਸੰਗਤ ਜੀਓ ਹੋਈਆਂ ਗਲਤ ਭੁੱਲਾਂ ਦੀ ਮਾਫੀ। ਸਤਿਗੁਰੂ ਕੀ ਅਰਦਾਸ ਕਰੀਏ ਕਿ ਹਰ ਰੋਜ਼ ਦੇ ਤਰ੍ਹਾਂ ਸਾਨੂੰ ਇਸ ਪੋਹ ਦੇ ਮਹੀਨੇ ਦੇ ਅੰਦਰ ਸੁਰਤ ਲੈ ਕੇ ਜਾਣੀ ਚਾਹੀਦੀ ਹੈ। ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰਕ ਵਿਛੋੜੇ ਦੀ ਖੇਡ ਕਿਵੇਂ ਹੋਈ, ਉਹ ਲਾਸਾਨੀ ਜੀਵਨ ਸਾਨੂੰ ਕੁਰਬਾਨੀਆਂ ਦੇ ਵਿੱਚੋਂ ਨਜ਼ਰ ਆਉਂਦਾ ਹੈ ਜਿਹੜਾ ਉਹਨਾਂ ਨੇ ਸਾਨੂੰ ਪ੍ਰਦਾਨ ਕੀਤਾ ਹੈ। ਅਸੀਂ ਟੁੱਟੇ ਤੇ ਕੁਚਲੇ ਪਏ ਸਾਂ, ਕਿਤੇ ਗੁਰੂ ਨੇ ਸ਼ਹਾਦਤ ਦੇਣੀ ਪ੍ਰਵਾਨ ਕਰਨ ਲਈ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਨਾਮੇ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ, ਕਿਤੇ ਗੁਰੂ ਸਾਹਿਬ ਜੀ ਨੇ ਆਪ ਜੰਗੀ ਯੋਧੇ ਬਣ ਕੇ ਹੱਥ ਵਿੱਚ ਸ਼ਸਤਰ ਧਾਰਨ ਕਰਕੇ ਜਦੋਂ ਬੋਲਾਂ ਦੀ ਆਵਾਜ਼ ਉਹਨਾਂ ਜ਼ਰਵਾਣਿਆਂ ਦੇ ਕੰਨਾਂ ਤੱਕ ਨਹੀਂ ਪਹੁੰਚੀ ਤੇ ਫਿਰ ਚੂੰਕਾਰ ਆਜ ਹਮਾ ਹੀਲ ਤੇ ਦਰ ਗੁਜਸਤ ਹਲਾਲਸਤ ਬਰਦਨ ਬੈ ਸ਼ਮਸ਼ੀਰ ਦਸਤ। ਉਦੋਂ ਤਲਵਾਰ ਨੂੰ ਹੱਥ ਵੀ ਪਾਉਣਾ ਪਿਆ ਜਦੋਂ ਕੋਈ ਚਾਰਾ ਨਹੀਂ ਚੱਲਿਆ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਵੇਲਾ ਵਾਲੇ। ਲਫ਼ਜ਼ ਉਹਨਾਂ ਸੰਸਾਰ ਦੇ ਲੋਕਾਂ ਨੇ ਨਹੀਂ ਸਰਵਣ ਕੀਤੇ, ਨਹੀਂ ਸੁਣੇ, ਨਹੀਂ ਸੋਚਿਆ ਵੀ ਇਹ ਕੌਣ ਹੈ। ਤਾਂ 10ਵੇਂ ਜਾਮੇ ਦੇ ਵਿੱਚ 6ਵੇਂ ਜਾਮੇ ਦੇ ਵਿੱਚ ਫਿਰ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੂੰ ਕੁਚਲਿਆ ਜਾਂਦਾ ਸੀ, ਜਿਨ੍ਹਾਂ ਨੂੰ ਮਾੜਾ ਕਿਹਾ ਜਾਂਦਾ ਸੀ, ਜਿਨ੍ਹਾਂ ਉੱਤੇ ਜ਼ੁਲਮ ਢਾਏ ਜਾਂਦੇ ਸੀ, ਜਿਨ੍ਹਾਂ ਦੀ ਖੁਸ਼ੀ ਉੱਤੇ ਪਾਬੰਦੀ ਸੀ, ਜਿਨ੍ਹਾਂ ਦੀ ਕਿਰਤ ਨੂੰ ਲੁੱਟਿਆ ਜਾਂਦਾ ਸੀ, ਅੱਜ ਵੀ ਕਿਰਤੀ ਲੋਕ ਉਸੇ ਹੀ ਧਰਤੀ ਤੇ ਲਲਕੜੀਆਂ ਲੈ ਰਹੇ ਨੇ। ਥੋੜਾ ਜਿਹਾ ਧਿਆਨ, ਅੱਜ ਵੀ ਇਹੀ ਮਹੀਨਾ ਸੀ ਜਦੋਂ ਗੁਰੂ ਪਰਿਵਾਰ ਦਾ ਵਿਛੋੜਾ ਸਰਸਾ ਨਦੀ ਆਨੰਦਪੁਰ ਸਾਹਿਬ ਤੋਂ ਪੈ ਕੇ ਕਿਧਰੇ ਮਾਛੂਵਾੜੇ ਦੇ ਜੰਗਲ, ਕਿਧਰੇ ਚਮਕੌਰ ਦੀ ਕੱਚੀ ਗਾੜੀ, ਕਿਧਰੇ ਸਰਹੰਦ ਦੀਆਂ ਦੀਵਾਰਾਂ ਨਜ਼ਰ ਆਉਂਦੀਆਂ। ਪਰਿਵਾਰਕ ਵਿਛੋੜਾ ਸੀ। ਅੱਜ ਵੀ ਉਹਨਾਂ ਗੁਰੂ ਬਾਜਾ ਵਾਲੇ ਦੇ ਪਿਆਰ ਵਾਲੇ ਸਿੱਖਾਂ ਦੀ ਇਹ ਮੁਹਿੰਮ ਬਣ ਗਈ, ਉਹ ਵੀ ਅੱਜ ਨਜ਼ਰ ਆਉਂਦਾ। ਮੈਂ ਅੱਜ ਸੋਚ ਰਿਹਾ ਸੀਗਾ, ਕਾਫੀ ਤਾਲਮੇਲ ਪੁਰਾਤਨ ਸਮੇਂ ਦੇ ਜਿਹੜੇ ਅਸੀਂ ਸੁਣੇ ਇਤਿਹਾਸ, ਉਹਦੇ ਨਾਲ ਇਹ ਇਤਿਹਾਸ ਅੱਜ ਦਾ ਵੀ ਕੁਛ ਮੇਲ ਖਾਂਦਾ ਹੈ। ਸਮੇਂ ਦੇ ਮੁਤਾਬਕ ਸਮਾਂ ਸੰਪੰਨ ਹੈ। ਗੁਰੂ ਪਾਤਸ਼ਾਹ ਕਿਰਪਾ ਕਰੇ, ਹਾਜ਼ਰੀ ਦਰ ਪ੍ਰਵਾਨ ਹੋਵੇ ਸਾਡੀ ਸਾਰਿਆਂ ਦੀ। ਬੜੇ ਪਿਆਰ ਨਾਲ ਲਵਾਈਏ ਹਾਜ਼ਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓੰਕਾਰ।